सतनाम श्री वाहेगुरु साहिब जीओ। परम सन्मानयोग गुरु रूप गुरु खालसा साध संगत जी, वाहिगुरु जी का खालसा वाहिगुरु जी की फतेह। सच्चे पातशाह धन श्री गुरु तेग बहादुर साहिब जी महाराज औरंगजेब के कैदखाने विच समा गुजार रहे सन। दिल्ली नगर विच गुरु जी दे बहुत सिख वसदे सन। ਉਹ ਹਿਰਦੇ ਵਿੱਚ बड़ा प्रेम भाव धारण करते सन। एक सिख ने गुरु जी ਨੂੰ भोजन छकाउण वास्ते अपने ਹਿਰਦੇ ਵਿੱਚ विचार बनाया। ਹੁਣ ਤਾਂ नगर ਵਿੱਚ सतगुरु जी ਰਹਿੰਦੇ ਹਨ ਜਿਹੜੇ ਸਿੱਖਾਂ ਦੇ स्वामी ਹਨ। ਉਹਨਾਂ ਨੂੰ ਆਪਣੇ ਘਰ ਬੁਲਾ ਕੇ ਸਵਾਦੀ ਭੋਜਨ ਤਿਆਰ ਕਰਕੇ ਛਕਾਈਏ। ਹੁਣ ਕੈਦਖਾਨੇ ਵਿੱਚ ਹਨ, ਜੇ ਨਾ ਆਉਣ ਤਾਂ ਭੋਜਨ ਉੱਥੇ ਲੈ ਜਾਵਾਂਗਾ, ਉਸ ਥਾਂ ਹੀ ਛਕ ਲੈਣਗੇ। ਜੇ ਇਹ ਗੱਲ ਬਣ ਜਾਵੇ ਤਾਂ ਸਭ ਤੋਂ ਵੱਡੇ ਭਾਗ ਤੇ ਵਡਿਆਈ ਮੇਰੀ ਹੋਵੇਗੀ। ਜੇ ਮੇਰੇ ਘਰ ਵਿੱਚ ਗੁਰੂ ਜੀ ਚਰਨ ਨਹੀਂ ਪਾਉਣਗੇ ਤੇ ਭੋਜਨ ਉੱਥੇ ਖੜਨ ਨਾਲ ਨਹੀਂ ਛਕਣਗੇ, ਤਦ ਮੈਂ ਆਪਣੇ ਮਾੜੇ ਭਾਗ ਜਾਣਾਂਗਾ। ਇਸ ਤਰ੍ਹਾਂ ਸਮਝਾਂਗਾ ਕਿ ਗੁਰੂ ਜੀ ਮੇਰੇ ਤੇ ਪ੍ਰਸੰਨ ਨਹੀਂ ਹਨ। ਇਸ ਤਰ੍ਹਾਂ ਬਹੁਤ ਤਰਕਾਂ ਤੇ ਵਿਚਾਰ ਕੀਤੀ ਤੇ ਪ੍ਰੇਮ ਨਾਲ ਆਤਰ ਹੋ ਕੇ ਕੈਦਖਾਨੇ ਵਾਲੇ ਸਥਾਨ ਤੇ ਪਹੁੰਚ ਗਿਆ। ਸਿਪਾਹੀਆਂ ਨੂੰ ਪੁੱਛ ਕੇ ਗੁਰੂ ਜੀ ਦੇ ਪਾਸ ਚਲਾ ਗਿਆ ਤੇ ਨਜ਼ਦੀਕ ਖੜੇ ਹੋ ਕੇ ਬੇਨਤੀ ਕਹੀ, ਹੱਥ ਜੋੜ ਕੇ ਨਮਸਕਾਰ ਕੀਤੀ। ਦੋਵੇਂ ਅੱਖਾਂ ਜਲ ਨਾਲ ਭਰੀਆਂ ਹੋਈਆਂ ਸਨ। ਕਹਿਣ ਲੱਗਾ, ਹੇ ਗੁਰੂ ਜੀ, ਮੇਰੀ ਬੇਨਤੀ ਸੁਣੋ। ਬਹੁਤ ਦਿਨਾਂ ਦੀ ਮੇਰੇ ਹਿਰਦੇ ਵਿੱਚ ਇੱਕ ਵੱਡੀ ਅਭਿਲਾਸ਼ਾ ਹੈ। ਸ਼੍ਰੀ ਗੁਰੂ ਜੀ ਮੇਰੇ ਘਰ ਵਿੱਚ ਆਪਣੇ ਚਰਨ ਪਾਉਣ ਤੇ ਮੇਰੇ ਹੱਥ ਤੋਂ ਭੋਜਨ ਛਕਣ। ਜਿਹੜੀ ਗੱਲ ਗੁਰੂ ਜੀ ਦੀ ਕੈਦਖਾਨੇ ਵਿੱਚੋਂ ਮੇਰੇ ਘਰ ਆਉਣ ਦੀ ਹੈ, ਕਠਨ ਤੇ ਅਨਹੋਣੀ ਜਾਪਦੀ ਹੈ, ਫਿਰ ਵੀ ਮੈਨੂੰ ਪੂਰਨ ਨਿਸ਼ਚਾ ਹੈ ਮੇਰੇ ਪ੍ਰਭੂ ਜੀ ਪ੍ਰੇਮ ਅਧੀਨ ਹਨ। ਪ੍ਰੇਮ ਦੇ ਪ੍ਰੇਰੇ ਹੋਏ ਉਹ ਅਸੰਭਵ ਨੂੰ ਸੰਭਵ ਬਣਾ ਦਿੰਦੇ ਹਨ। ਹੇ ਮਾਲਕ ਗੁਰੂ ਜੀ, ਸਾਡੀ ਇੱਛਾ ਪੂਰੀ ਕਰੋ। ਇੱਕ ਵਾਰ ਚੱਲ ਕੇ ਭੋਜਨ ਛਕੋ, ਨਹੀਂ ਤਾਂ ਜੇ ਕਹੋ ਇੱਥੇ ਲਿਆਵਾਂਗਾ, ਪਾਸ ਬੈਠ ਕੇ ਭੋਜਨ ਛਕਾਵਾਂਗਾ। ਸਿੱਖ ਦੀ ਬੇਨਤੀ ਸੁਣ ਕੇ ਪ੍ਰਭੂ ਜੀ ਨੇ ਕਿਹਾ, ਤੂੰ ਭੋਜਨ ਤਿਆਰ ਕਰ, ਅਸੀਂ ਛਕਾਂਗੇ। ਤੇਰੇ ਘਰ ਵਿੱਚ ਆ ਕੇ ਬੈਠਾਂਗੇ। ਤੇਰੇ ਹਿਰਦੇ ਦੀ ਜਿਵੇਂ ਇੱਛਾ ਹੈ, ਇਸ ਨੂੰ ਪੂਰੀ ਕਰਾਂਗੇ। ਸਵੇਰ ਹੋ ਕੇ ਜਦ ਅਗਲੇ ਦਿਨ ਇੱਕ ਪਹਿਰ ਦਿਨ ਬੀਤ ਜਾਏਗਾ ਤਾਂ ਤੁਹਾਡੇ ਘਰ ਵਿੱਚ ਬੈਠ ਕੇ ਭੋਜਨ ਛਕਾਂਗੇ। ਸਤਿਗੁਰੂ ਜੀ ਦੇ ਬਚਨ ਸੁਣ ਕੇ ਸਿੱਖ ਸ਼ੰਕਾ ਰਹਿਤ ਹੋ ਕੇ ਪ੍ਰਸੰਨ ਹੋਇਆ, ਪਰ ਮਨ ਵਿੱਚ ਕੁਝ ਹੈਰਾਨ ਵੀ ਹੋਇਆ। ਸੋਚਣ ਲੱਗਾ, ਗੁਰੂ ਜੀ ਕੈਦ ਵਿੱਚ ਹਨ, ਪਹਿਰੇਦਾਰ ਪਾਸ ਖੜੇ ਹਨ, ਫਿਰ ਵੀ ਉਹ ਮੇਰੇ ਘਰ ਵਿੱਚ ਆਉਣਗੇ। ਬੰਦਨਾ ਕਰਕੇ ਬੜੀ ਕਾਹਲੀ ਕਾਹਲੀ ਚਲੇ ਗਿਆ। ਸਵਾਦੀ ਭੋਜਨ ਤਿਆਰ ਕਰਨ ਵਾਸਤੇ ਤਿਆਰ ਹੋ ਗਿਆ। ਬਹੁਤ ਸੁਚਮ ਧਾਰ ਕੇ ਕੜਾਹ ਪ੍ਰਸ਼ਾਦ ਤਿਆਰ ਕੀਤਾ। ਫਿਰ ਖੀਰ ਤਿਆਰ ਕਰਵਾਈ, ਚਾਵਲ, ਦਾਲ ਤੇ ਸਵਾਦੀ ਦਹੀਂ ਵੜੇ ਤੇ ਪਤਲੇ ਪ੍ਰਸ਼ਾਦੇ ਤਿਆਰ ਕਰਵਾਏ। ਬਹੁਤ ਲੂਣ ਵਾਲੇ ਤੇ ਖੱਟੇ ਭੋਜਨ ਤਿਆਰ ਕਰਵਾਏ। ਇਸ ਤਰ੍ਹਾਂ ਬਹੁਤ ਮਿੱਠੇ ਪਦਾਰਥ ਤਿਆਰ ਕਰਵਾਏ। ਇਸ ਤਰ੍ਹਾਂ ਮਨੋਹਰ ਭੋਜਨ ਤਿਆਰ ਕੀਤਾ ਤੇ ਜਦ ਇੱਕ ਪਹਿਰ ਦਿਨ ਬੀਤ ਗਿਆ ਤਾਂ ਗੁਰੂ ਜੀ ਸਿੱਖ ਦੇ ਘਰ ਆ ਕੇ ਪ੍ਰਗਟ ਹੋਏ ਤੇ ਕਿਹਾ, ਸਾਨੂੰ ਬਹੁਤ ਭੁੱਖ ਲੱਗੀ ਹੈ। ਜੋ ਭੋਜਨ ਤੂੰ ਤਿਆਰ ਕਰਵਾਏ ਹਨ ਉਹ ਹੁਣ ਲਿਆ ਕੇ ਛਕਾ ਦੇ। ਦੇਰ ਨਾ ਕਰੋ, ਪਾਣੀ ਲਿਆਓ। ਕਿਸ ਥਾਂ ਅਸੀਂ ਬੈਠੀਏ ਇਹ ਦੱਸੋ। ਤੇਰਾ ਵੱਡਾ ਪ੍ਰੇਮ ਭਾਵ ਵੇਖ ਕੇ ਹੇ ਸਿੱਖ ਚੱਲ ਕੇ ਤੇਰੇ ਘਰ ਆਏ ਹਾਂ। ਵੇਖ ਕੇ ਸਿੱਖ ਬਹੁਤ ਪ੍ਰਸੰਨ ਹੋਇਆ। ਹੱਥ ਜੋੜ ਕੇ ਉਸਨੇ ਚਰਨ ਕਮਲਾਂ ਤੇ ਮੱਥਾ ਟੇਕਿਆ। ਇੱਕ ਸੁੰਦਰ ਚੌਂਕੀ ਉੱਤੇ ਨਵੇਂ ਅਤੇ ਉਜਲ ਕੱਪੜੇ ਵਿਛਾ ਦਿੱਤੇ ਤੇ ਕਿਹਾ, ਹੇ ਕਿਰਪਾ ਨਿਧਾਨ, ਆਪ ਜੀ ਇੱਥੇ ਬੈਠੋ। ਸਿੱਖ ਦੇ ਪਾਪ ਸੰਤਾਪ ਦੂਰ ਕਰੋ। ਆਪਣੇ ਸੇਵਕਾਂ ਦੇ ਪ੍ਰੇਮ ਦੇ ਵਸ ਵਿੱਚ ਰਹਿੰਦੇ ਹੋ, ਸਦਾ ਪ੍ਰਲੋਕ ਵਿੱਚ ਸਹਾਇਤਾ ਕਰਦੇ ਹੋ। ਬਹੁਤ ਦਿਨਾਂ ਦੀ ਮੇਰੀ ਇੱਛਾ ਹੈ, ਕਦ ਗੁਰੂ ਜੀ ਮੇਰੇ ਘਰ ਵਿੱਚ ਆ ਕੇ ਮੇਰੀ ਇੱਛਾ ਪੂਰੀ ਕਰਨਗੇ। ਅੰਤਰਜਾਮੀ ਗੁਰੂ ਜੀ ਨੇ ਮੇਰੇ ਚਿੱਤ ਦੀ ਗੱਲ ਜਾਣ ਲਈ ਹੈ ਤੇ ਸਤਿਗੁਰੂ ਸਵਾਮੀ ਜੀ ਨੇ ਮੇਰੇ ਤੇ ਕਿਰਪਾ ਕੀਤੀ ਹੈ। ਇਸ ਤਰ੍ਹਾਂ ਬਹੁਤ ਪ੍ਰੇਮ ਕਰਕੇ ਉਸ ਸਮੇਂ ਪ੍ਰਸ਼ਾਦ ਤਿਆਰ ਕੀਤਾ। ਫਿਰ ਦਰਸ਼ਨ ਕਰਨ ਵਾਸਤੇ ਹੋਰ ਬਹੁਤ ਸਿੱਖ ਆਏ।
ਹੱਥ ਜੋੜ ਕੇ ਉਹ ਸਿਰ ਨਿਵਾਉਂਦੇ ਸਨ, ਬੇਨਤੀ ਕਰਕੇ ਚਰਨਾਂ ਨੂੰ ਛੂੰਹਦੇ ਸਨ। ਪ੍ਰੇਮੀ ਸਿੱਖ ਸੁਣਦਿਆਂ ਹੀ ਆ ਕੇ ਦਰਸ਼ਨ ਕਰਦੇ ਸਨ। ਤਦ ਸਿੱਖ ਨੇ ਜਲ ਆਪਣੇ ਹੱਥਾਂ ਵਿੱਚ ਧਾਰਨ ਕੀਤਾ ਤੇ ਪ੍ਰੇਮ ਕਰਕੇ ਗੁਰੂ ਜੀ ਦੇ ਚਰਨ ਧੋਤੇ ਤੇ ਕੱਪੜੇ ਨਾਲ ਚੰਗੀ ਤਰ੍ਹਾਂ ਸਾਫ਼ ਕੀਤੇ ਤੇ ਫਿਰ ਆਪਣੇ ਹਿਰਦੇ ਦੇ ਆਸਰੇ ਚਰਨਾਂ ਨੂੰ ਪਲੋਸਦੇ ਸਨ। ਜਿਨ੍ਹਾਂ ਚਰਨਾਂ ਦੀ ਸੇਵਾ ਕਰਨ ਵਾਸਤੇ ਦੇਵਤੇ ਤਰਸਦੇ ਹਨ ਕਿ ਕਿਵੇਂ ਧਾਰਨ ਕਰੀਏ, ਉਸ ਵੱਡੇ ਭਾਗਾਂ ਵਾਲੇ ਸਿੱਖ ਨੇ ਚਰਨ ਫੜ ਕੇ ਉਸ ਉੱਤੇ ਆਪਣੇ ਨੇਤਰ ਧਰ ਧਰ ਕੇ ਸਪਰਸ਼ ਕੀਤੇ। ਸਾਰਾ ਪ੍ਰਸ਼ਾਦ ਗੁਰੂ ਜੀ ਦੇ ਅੱਗੇ ਪਰੋਸ ਦਿੱਤਾ। ਵੱਡਾ ਥਾਲ ਭਰ ਕੇ ਗੁਰੂ ਜੀ ਦੇ ਅੱਗੇ ਧਰ ਦਿੱਤਾ। ਗੁਰੂ ਜੀ ਨੇ ਸਿੱਖ ਦਾ ਵੱਡਾ ਪ੍ਰੇਮ ਵੇਖ ਕੇ ਬੜੀ ਰੁਚੀ ਨਾਲ ਸਵਾਦੀ ਭੋਜਨ ਲੈ ਕੇ ਛਕਿਆ। ਉਸ ਸਿੱਖ ਨੂੰ ਵੱਡਾ ਸ਼ਰਧਾਲੂ ਵੇਖ ਕੇ ਗਿਆਨ ਦੇ ਸਾਗਰ ਭਾਵ ਗੁਰੂ ਜੀ ਉਸ ਦੇ ਘਰ ਆਏ ਸਨ। ਉੱਥੇ ਗੁਆਂਢ ਵਿੱਚ ਇੱਕ ਹੋਰ ਸਿੱਖ ਰਹਿੰਦਾ ਸੀ। ਉਹ ਵੀ ਗੁਰੂ ਜੀ ਨੂੰ ਭੋਜਨ ਛਕਾਉਣਾ ਚਾਹੁੰਦਾ ਸੀ। ਉਸ ਨੇ ਹੱਥ ਜੋੜ ਕੇ ਗੁਰੂ ਜੀ ਦੇ ਅੱਗੇ ਬੇਨਤੀ ਕੀਤੀ ਤੇ ਆਪਣੀ ਚਾਹਤ ਦਾ ਉਚਾਰਨ ਕੀਤਾ। ਹੇ ਗੁਰੂ ਜੀ, ਮੇਰੀ ਬੇਨਤੀ ਹੈ, ਸਵੇਰੇ ਸਾਡੇ ਘਰ ਵਿੱਚ ਆਓ, ਕਿਰਪਾ ਕਰੋ, ਮੈਨੂੰ ਆਪਣਾ ਦਾਸ ਜਾਣੋ ਤੇ ਭੋਜਨ ਪ੍ਰੇਮ ਸਹਿਤ ਛਕੋ। ਆਪਣੇ ਪਵਿੱਤਰ ਚਰਨ ਮੇਰੇ ਘਰ ਵਿੱਚ ਪਾਓ। ਤੁਹਾਡੇ ਆਉਣ ਨਾਲ ਮੈਂ ਨਿਹਾਲ ਹੋ ਜਾਵਾਂਗਾ। ਸਿੱਖ ਦੀ ਵੱਡੀ ਦੀਨਤਾ ਵੇਖ ਕੇ ਗੁਰੂ ਜੀ ਨੇ ਕਿਰਪਾਲ ਨੇਤਰ ਕਰਕੇ ਉਸ ਸਮੇਂ ਕਿਹਾ, ਤੇਰੇ ਹਿਰਦੇ ਦੀ ਜਿਹੜੀ ਸ਼ੁੱਧ ਭਾਵਨਾ ਹੈ ਉਹ ਸਤਿਗੁਰੂ ਤੋਂ ਪੂਰਨ ਹੋ ਗਈ ਹੈ। ਇਸ ਤਰ੍ਹਾਂ ਕਹਿ ਕੇ ਸਿੱਖ ਨੂੰ ਸੰਤੋਖ ਬਖਸ਼ਿਆ, ਜਿਸ ਨਾਲ ਹਿਰਦੇ ਵਿੱਚ ਦ੍ਰਿੜ ਭਰੋਸਾ ਵਧਿਆ। ਹੌਲੀ ਹੌਲੀ ਸਤਿਗੁਰੂ ਜੀ ਫਿਰ ਚੱਲ ਪਏ, ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ। ਕਈ ਸਿੱਖ ਮਿਲ ਕੇ ਵੰਦਨਾ ਕਰਦੇ ਸਨ, ਫਿਰ ਆਪਸ ਵਿੱਚ ਮਿਲ ਕੇ ਕਹਿੰਦੇ ਸਨ, ਸ਼੍ਰੀ ਗੁਰੂ ਜੀ ਸਰਬ ਪ੍ਰਕਾਰ ਸਮਰੱਥ ਹਨ, ਜੋ ਚਾਹੁਣ ਸੋ ਕਰ ਸਕਦੇ ਹਨ। ਜਿਸ ਦੇ ਵੀ ਸਿਰ ਤੇ ਹੱਥ ਰੱਖਣ, ਸਾਰੇ ਜਗਤ ਦੀ ਸਿਰਜਣਾ ਕਰਨ ਵਾਲੇ ਅਤੇ ਪਾਲਣ ਵਾਲੇ ਹਨ ਅਤੇ ਇੱਕ ਛਿਣ ਵਿੱਚ ਸਾਰਿਆਂ ਨੂੰ ਮਾਰ ਸਕਦੇ ਹਨ। ਵੱਡੀ ਤੋਂ ਵੱਡੀ ਸ਼ਕਤੀ ਧਾਰਨ ਕੀਤੀ ਹੈ। ਹਜ਼ਾਰਾਂ ਦਾਸਾਂ ਦੇ ਕਾਰਜ ਸਵਾਰਦੇ ਹਨ। ਹੁਣ ਤੁਰਕ ਬਾਦਸ਼ਾਹ ਦੀ ਕੈਦ ਵਿੱਚ ਪਏ ਹਨ। ਕੌਣ ਜਾਣਦਾ ਕਿਵੇਂ ਖਿਮਾ ਧਾਰਨ ਕੀਤੀ ਹੈ। ਨਹੀਂ ਤਾਂ ਪੁੱਤਰ ਇਸਤਰੀਆਂ ਅਤੇ ਸਾਰਾ ਸਾਜ਼ੋ ਸਮਾਨ ਤੇ ਤੁਰਕਾਂ ਦਾ ਜਿੱਥੋਂ ਤੱਕ ਰਾਜ ਹੈ ਇੱਕ ਬੋਲ ਨਾਲ ਨਾਸ਼ ਕਰ ਸਕਦੇ ਹਨ। ਜਿਵੇਂ ਬੱਜਰ ਘਾਹ ਤੇ ਬ੍ਰਿਛਾਂ ਸਮੇਤ ਪਹਾੜ ਨੂੰ ਨਾਸ਼ ਕਰ ਦਿੰਦਾ ਹੈ। ਮਹਾਨ ਸ਼ਕਤੀ ਸਹਿਤ ਹੋ ਕੇ ਨਿਤਾਣੇ ਬਣੇ ਹਨ। ਇਸ ਦਾ ਕੀ ਕਾਰਨ ਹੈ ਜਾਣਿਆ ਨਹੀਂ ਜਾ ਸਕਦਾ। ਸਾਰੀ ਧਰਤੀ ਤੇ ਜਿੱਥੇ ਵੀ ਕੋਈ ਯਾਦ ਕਰਦਾ ਹੈ ਉੱਥੇ ਪਹੁੰਚ ਕੇ ਮਹਾਨ ਸਹਾਇਕ ਬਣਦੇ ਹਨ। ਇਹ ਗਤੀ ਸਾਰੇ ਸੁਣੀ ਵੇਖੀ ਜਾਂਦੀ ਹੈ। ਕੈਦ ਵਿੱਚ ਪੈਣ ਦੀ ਗਤੀ ਸਮਝੀ ਨਹੀਂ ਜਾਂਦੀ ਹੈ। ਸਭ ਦੇ ਦਿਲਾਂ ਦੀਆਂ ਜਾਣਨ ਵਾਲੇ ਹਨ। ਛਿਣ ਵਿੱਚ ਲੱਖਾਂ ਕੋ ਦੂਰ ਚਲੇ ਜਾਂਦੇ ਹਨ। ਇਸ ਤਰ੍ਹਾਂ ਕਰਾਮਾਤ ਧਾਰਨ ਕੀਤੀ ਹੈ। ਇਹ ਛੁਪੀ ਹੋਈ ਨਹੀਂ, ਸਾਰੇ ਜਗਤ ਵਿੱਚ ਪ੍ਰਗਟ ਹੈ। ਫਿਰ ਵੀ ਆਪਣੇ ਸਰੀਰ ਉੱਤੇ ਕਸ਼ਟ ਨੂੰ ਬਰਦਾਸ਼ਤ ਕਰ ਰਹੇ ਹਨ। ਇਹ ਜਾਣਿਆ ਨਹੀਂ ਜਾਂਦਾ ਕਿਉਂ ਧੀਰਜ ਧਾਰਨ ਕੀਤਾ ਹੋਇਆ ਹੈ। ਸਿੱਖ ਆਪਸ ਵਿੱਚ ਮਿਲ ਕੇ ਇਸ ਤਰ੍ਹਾਂ ਕਹਿੰਦੇ ਸਨ, ਪੂਰਨ ਗੁਰੂ ਜੀ ਦਾ ਭੇਦ ਕਿਵੇਂ ਪਾਇਆ ਜਾ ਸਕਦਾ ਹੈ। ਫਿਰ ਸਤਿਗੁਰੂ ਜੀ ਕੈਦਖਾਨੇ ਵਿੱਚ ਆ ਗਏ ਤੇ ਪਹਿਲਾਂ ਵਾਂਗ ਹੀ ਉਸ ਥਾਂ ਬੈਠ ਗਏ। ਸਿੱਖ ਦੇ ਘਰ ਭੋਜਨ ਛਕ ਕੇ ਜਦ ਗੁਰੂ ਜੀ ਬਾਹਰ ਦਰਵਾਜ਼ੇ ਤੇ ਨਿਕਲੇ ਤਾਂ ਇੱਕ ਮੁਲਾਣੇ ਨੇ ਗੁਰੂ ਜੀ ਨੂੰ ਵੇਖ ਲਿਆ। ਉਹ ਉਸੇ ਵੇਲੇ ਸੜ ਬਲ ਕੇ ਸੁਆਹ ਹੋ ਗਿਆ। ਜਿਹੜੇ ਮੁਲਾਣੇ ਦੇ ਨਾਲ ਸਾਥੀ ਸਨ ਉਹਨਾਂ ਤੋਂ ਪੁੱਛਵਾਇਆ, ਇਹਨਾਂ ਦੇ ਘਰ ਵਿੱਚ ਕੈਸੇ ਆਏ ਹਨ। ਉੱਥੇ ਕਿਸੇ ਨੇ ਦੱਸਿਆ, ਇਸ ਸਿੱਖ ਦੇ ਘਰ ਭੋਜਨ ਛਕਿਆ ਹੈ। ਆਪਣਾ ਸਿੱਖ ਜਾਣ ਕੇ ਪ੍ਰੇਮ ਧਾਰਨ ਕੀਤਾ ਹੈ ਤੇ ਹਿਰਦੇ ਵਿੱਚ ਪ੍ਰਸੰਨ ਹੋ ਕੇ ਭੋਜਨ ਛਕਿਆ ਹੈ। ਮੁਲਾਣੇ ਦੇ ਮਨ ਵਿੱਚ ਅਹੰਕਾਰ ਦੀ ਅੱਗ ਬਲ ਉੱਠੀ। ਉਸ ਛਿਨ ਹੀ ਉਹ ਸੜ ਬਲ ਕੇ ਸੁਆਹ ਹੋ ਗਿਆ। ਉਹ ਸੋਚਣ ਲੱਗਾ ਕਿ ਜਦ ਤੱਕ ਇਹ ਤੁਰਕ ਨਹੀਂ ਬਣਦੇ ਤਦ ਤੱਕ ਹਿੰਦੂ ਆਪਣੇ ਮਨ ਵਿੱਚ ਮੰਨਣਗੇ। ਹਿੰਦੂਆਂ ਦੀ ਜੜ ਹੀ ਇਹੋ ਹੈ। ਹੁਣ ਨਿਸ਼ਚਾ ਹੋਇਆ ਕਿ ਬਾਦਸ਼ਾਹ ਦੀ ਇਹ ਗੱਲ ਵੀ ਠੀਕ ਹੈ। ਦੁਸ਼ਟ ਮੁਲਾਣਾ ਹਿਰਦੇ ਵਿੱਚ ਇਸ ਤਰ੍ਹਾਂ ਗਿਣਤੀਆਂ ਕਰਦਾ ਨੌਰੰਗੇ ਦੇ ਦਰਬਾਰ ਵਿੱਚ ਪਹੁੰਚ ਗਿਆ ਤੇ ਕਹਿਣ ਲੱਗਾ, ਜਿਹੜੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਫੜਿਆ ਹੈ, ਤੁਸੀਂ ਜਿਹੜਾ ਮਨੋਰਥ ਪੂਰਾ ਕਰਨਾ ਚਾਹੁੰਦੇ ਹੋ ਉਸ ਦਾ ਇਹਨਾਂ ਨੂੰ ਚੰਗੀ ਤਰ੍ਹਾਂ ਮੂਲ ਜਾਣੋ। ਇਹਨਾਂ ਦੇ ਤੁਰਕ ਬਣ ਜਾਣ ਨਾਲ ਸਾਰੇ ਹਿੰਦੂ ਤੁਰਕ ਬਣ ਜਾਣਗੇ।
ਲੱਖਾਂ ਮਨੁੱਖ ਇਹਨਾਂ ਦੀ ਆਗਿਆ ਅਨੁਸਾਰ ਹਨ, ਇਹਨਾਂ ਦੀ ਆਗਿਆ ਮੰਨ ਕੇ ਇਹਨਾਂ ਦੀ ਪੂਜਾ ਕਰਦੇ ਹਨ। ਹੁਣ ਇਹਨਾਂ ਉੱਤੇ ਤਕੜਾਈ ਕਰੋ ਤਾਂ ਕਿ ਕੈਦ ਵਿੱਚੋਂ ਇਹ ਕਦੀ ਵੀ ਬਾਹਰ ਨਾ ਜਾਣ। ਹੁਣ ਸਿੱਖਾਂ ਦੇ ਘਰ ਚੱਲ ਕੇ ਜਾਂਦੇ ਹਨ, ਉਹ ਬੜਾ ਆਦਰ ਕਰਕੇ ਇਹਨਾਂ ਨੂੰ ਭੋਜਨ ਛਕਾਉਂਦੇ ਹਨ। ਜੇ ਬਾਹਰ ਦੇ ਲੋਕ ਇਹਨਾਂ ਨੂੰ ਮਿਲਦੇ ਰਹਿਣਗੇ ਤਾਂ ਕੈਦ ਵਿੱਚ ਇਹ ਕਿਵੇਂ ਦੁੱਖ ਪਾਉਣਗੇ। ਇਹ ਬਾਹਰ ਜਾ ਕੇ ਮਨੁੱਖਾਂ ਨੂੰ ਨਾ ਮਿਲਣ, ਇਹ ਬਾਹਰ ਨਾ ਨਿਕਲਣ ਤੇ ਇੱਕ ਥਾਂ ਤੇ ਸਥਿਰ ਰਹਿਣ। ਜੇਲ੍ਹ ਵਿੱਚ ਤਦ ਦੁੱਖ ਪਾਉਣਗੇ, ਕਿਸੇ ਨੂੰ ਨਾ ਮਿਲਣ ਕਰਕੇ ਮੁਰਝਾਏ ਹੋਏ ਬੈਠੇ ਰਹਿਣਗੇ। ਜਦ ਸਾਰਿਆਂ ਪਾਸਿਆਂ ਤੋਂ ਨਿਰਾਸ਼ ਹੋ ਜਾਣਗੇ, ਫਿਰ ਉਹ ਤੁਹਾਡਾ ਕਿਹਾ ਮੰਨਣਗੇ। ਇਹ ਸੁਣ ਕੇ ਨੌਰੰਗਾ ਮਨ ਵਿੱਚ ਬਹੁਤ ਗੁੱਸੇ ਨਾਲ ਭਰ ਗਿਆ। ਕਿਸ ਦੇ ਹੁਕਮ ਨਾਲ ਸ਼ਹਿਰ ਵਿੱਚ ਫਿਰਦੇ ਹਨ? ਜੇਲ੍ਹ ਦੇ ਦਰੋਗੇ ਨੂੰ ਤੁਰੰਤ ਬੁਲਾ ਲਓ, ਉਸ ਦਾ ਗੁਨਾਹ ਹੈ, ਉਸ ਨੂੰ ਸਜ਼ਾ ਦਿਓ। ਨਗਰ ਵਿੱਚ ਫਿਰਨ ਦਾ ਮੇਰਾ ਹੁਕਮ ਨਹੀਂ ਹੈ। ਉਹ ਕਿਵੇਂ ਸ਼ਹਿਰ ਵਿੱਚ ਫਿਰਦੇ ਰਹੇ ਹਨ ਕਿ ਮਨੁੱਖਾਂ ਨੇ ਵੇਖੇ ਹਨ। ਦਰੋਗਾ ਜਦ ਚੱਲ ਕੇ ਆ ਗਿਆ ਤਾਂ ਉਸ ਨੂੰ ਪੁੱਛਿਆ, ਤੂੰ ਕਿਉਂ ਗੁਰੂ ਜੀ ਨੂੰ ਬਾਹਰ ਨਿਕਲਣ ਦਿੱਤਾ? ਤੈਨੂੰ ਹੁਕਮ ਕੀਤਾ ਸੀ ਕਿ ਤਕੜਾਈ ਰੱਖੋ, ਕੋਠੜੀ ਦੇ ਅੰਦਰ ਟਕਾਈ ਰੱਖੋ, ਬਾਹਰ ਦੀ ਉਹਨਾਂ ਨੂੰ ਹਵਾ ਨਾ ਲੱਗਣ ਦਿਓ ਤੇ ਦ੍ਰਿੜ ਕਰਕੇ ਔਖੇ ਸਥਾਨ ਵਿੱਚ ਰੱਖੋ। ਇਹ ਸੁਣ ਕੇ ਜਮਾਦਾਰ ਨੇ ਕਿਹਾ, ਉਹ ਤਾਂ ਇੱਕ ਥਾਂ ਹੀ ਬੈਠੇ ਰਹਿੰਦੇ ਹਨ, ਮੈਂ ਉਹਨਾਂ ਨੂੰ ਕਦੇ ਵੀ ਅੰਦਰ ਤੋਂ ਬਾਹਰ ਨਹੀਂ ਕੱਢਦਾ। ਉਹ ਸ਼ਹਿਰ ਦੇ ਘਰੀ ਕਿਵੇਂ ਜਾ ਸਕਦੇ ਹਨ? ਕਮਰ ਕੱਸਾ ਕੱਸ ਕੇ ਇੱਕ ਸਿਪਾਹੀ ਉਹਨਾਂ ਦੇ ਪਾਸ ਸਦਾ ਖੜਾ ਰਹਿੰਦਾ ਹੈ, ਅੱਠੇ ਪਹਿਰ ਉਹਨਾਂ ਪਾਸ ਖੜਾ ਰਹਿੰਦਾ ਹੈ, ਉਸ ਥਾਂ ਤੋਂ ਹਿਲਦਾ ਨਹੀਂ ਹੈ, ਸਦਾ ਆਪਣੀ ਦ੍ਰਿਸ਼ਟੀ ਥੱਲੇ ਰੱਖਦਾ ਹੈ। ਇਹ ਸੁਣ ਕੇ ਮੁਲਾਣੇ ਨੇ ਉਚਾਰਨ ਕੀਤਾ, ਇੱਕ ਸਿੱਖ ਦੇ ਘਰ ਉਹਨਾਂ ਨੂੰ ਮੈਂ ਆਪ ਵੇਖਿਆ ਹੈ, ਇਹ ਸਾਰਿਆਂ ਦੇ ਵਿੱਚ ਮੁਕਰਦਾ ਹੈ, ਦੁਬਾਰਾ ਵੇਖ ਕੇ ਬਾਦਸ਼ਾਹ ਦੇ ਪਾਸ ਕਹਾਂਗਾ। ਹੁਣ ਤਾਂ ਮੇਰਾ ਕਿਹਾ ਮੰਨੇਗਾ ਨਹੀਂ, ਮੈਂ ਅੱਖਾਂ ਨਾਲ ਵੇਖ ਕੇ ਸੱਚੀ ਗੱਲ ਕਹਾਂਗਾ। ਇੰਨਾ ਪ੍ਰਸੰਗ ਹੋਣ ਤੇ ਉਹ ਵਾਪਸ ਚਲਾ ਗਿਆ। ਦਰੋਗੇ ਨੂੰ ਉਸਨੇ ਬਹੁਤ ਉਲਾਂਭੇ ਦਿੱਤੇ। ਦਰੋਗਾ ਇਹ ਸੁਣ ਕੇ ਚੱਲ ਕੇ ਆ ਗਿਆ ਤੇ ਤਕੜਾਈ ਰੱਖਣ ਵਾਸਤੇ ਸਭ ਨੂੰ ਸੁਣਾ ਦਿੱਤਾ। ਕਿਸੇ ਵਿਅਕਤੀ ਨੂੰ ਵੀ ਗੁਰੂ ਜੀ ਦੇ ਪਾਸ ਨਾ ਜਾਣ ਦਿਓ, ਜਿਹੜਾ ਵੀ ਪਾਸ ਜਾਵੇ ਉਸ ਨੂੰ ਹਟਾ ਦਿਓ। ਗੁਰੂ ਜੀ ਦੇ ਪਾਸ ਬਹੁਤ ਤਕੜਾਈ ਕਰ ਦਿੱਤੀ। ਉਹ ਦਿਨ ਬੀਤਿਆ ਤੇ ਰਾਤ ਬਤੀਤ ਕੀਤੀ। ਸਵੇਰ ਹੋਈ ਤਾਂ ਸਿੱਖ ਨੇ ਪ੍ਰਸ਼ਾਦ ਤਿਆਰ ਕੀਤਾ। ਗੁਰੂ ਜੀ ਘਰ ਆਉਣ ਤਾਂ ਆਨੰਦ ਧਾਰਨ ਕਰੀਏ। ਭਾਂਤ ਭਾਂਤ ਦੇ ਭੋਜਨ ਤਿਆਰ ਕੀਤੇ। ਫਿਰ ਕਿਰਪਾ ਨਿਧਾਨ ਗੁਰੂ ਜੀ ਨੂੰ ਧਿਆਨ ਧਾਰ ਕੇ ਯਾਦ ਕੀਤਾ। ਇੱਕ ਪਹਿਰ ਜਦ ਦਿਨ ਚੜ੍ਹ ਆਇਆ ਤਾਂ ਸਤਿਗੁਰੂ ਜੀ ਨੇ ਪਹੁੰਚ ਕੇ ਦਰਸ਼ਨ ਦਿੱਤੇ। ਜਦ ਸਿੱਖ ਦੇ ਘਰ ਪ੍ਰਵੇਸ਼ ਕਰਨ ਲੱਗੇ, ਮੁਲਾਣੇ ਦੇ ਆਦਮੀ ਨੇ ਉਸੇ ਵੇਲੇ ਉਹਨਾਂ ਨੂੰ ਵੇਖ ਲਿਆ। ਸ਼ਹਿਰ ਦੀ ਗਲੀ ਗਲੀ ਦੇ ਵਿੱਚ ਜਿੱਥੇ ਕਿੱਥੇ ਵੇਖਦਾ ਫਿਰਦਾ ਸੀ, ਉਹ ਮਨੁੱਖ ਵੇਖ ਕੇ ਮੁਲਾਣੇ ਦੇ ਪਾਸ ਚਲੇ ਗਿਆ ਤੇ ਕਹਿਣ ਲੱਗਾ, ਮੈਂ ਗੁਰੂ ਜੀ ਨੂੰ ਸਿੱਖ ਦੇ ਘਰ ਵਿੱਚ ਦਾਖਲ ਹੁੰਦਿਆਂ ਨੂੰ ਵੇਖਿਆ ਹੈ। ਇਹ ਸੁਣ ਕੇ ਮੁਲਾਣਾ ਨੌਰੰਗੇ ਦੇ ਪਾਸ ਭੱਜ ਕੇ ਪਹੁੰਚ ਗਿਆ। ਕਿਸੇ ਮਨੁੱਖ ਨੂੰ ਭੇਜ ਕੇ ਆਪ ਵੇਖ ਲਓ, ਉਹ ਸਿੱਖ ਦੇ ਘਰ ਭੋਜਨ ਕਰਨ ਗਏ ਹਨ। ਸੱਚ ਕੇ ਝੂਠ, ਇਸ ਨੂੰ ਹਿਰਦੇ ਵਿੱਚ ਸਮਝ ਲਓ। ਬਾਦਸ਼ਾਹ ਨੇ ਫਿਰ ਕੁਝ ਮਨੁੱਖਾਂ ਨੂੰ ਭਜਾਇਆ ਜਿਸ ਘਰ ਦੇ ਦਰਵਾਜ਼ੇ ਵਿੱਚ ਪ੍ਰਵੇਸ਼ ਹੋਏ ਸਨ। ਜਦ ਉਹਨਾਂ ਮਨੁੱਖਾਂ ਨੇ ਜਾ ਕੇ ਵੇਖਿਆ ਤਾਂ ਉੱਥੇ ਬੈਠ ਕੇ ਵਿਰਾਜ ਰਹੇ ਸਨ। ਮੁਖੜਾ ਬਹੁਤ ਪ੍ਰਸੰਨ ਸੀ, ਜਿਸ ਨੂੰ ਵੇਖ ਕੇ ਪਾਪ ਦੂਰ ਹੁੰਦੇ ਸਨ। ਵੇਖ ਕੇ ਬਾਦਸ਼ਾਹ ਨੂੰ ਜਾ ਕੇ ਸੁਣਾਇਆ। ਫਿਰ ਬਾਦਸ਼ਾਹ ਨੇ ਤੁਰੰਤ ਦਰੋਗੇ ਨੂੰ ਬੁਲਾਇਆ। ਬਾਦਸ਼ਾਹ ਨੇ ਕਿਹਾ, ਵੇਖੋ ਮੂਰਖ ਕੱਲ ਝੂਠ ਬੋਲਦਾ ਸੀ, ਬੜੀਆਂ ਖੁਸ਼ੀਆਂ ਕਰਦੇ ਉਹ ਸਿੱਖ ਦੇ ਘਰ ਪਹੁੰਚੇ ਹਨ। ਤੂੰ ਮੇਰਾ ਕਿਹਾ ਨਹੀਂ ਮੰਨਿਆ ਹੈ, ਤੈਨੂੰ ਸਜ਼ਾ ਦਿਆਂਗਾ। ਤੂੰ ਬਹੁਤ ਧਨ ਉਹਨਾਂ ਪਾਸੋਂ ਲਿਆ ਹੈ, ਕੈਦਖਾਨੇ ਵਿੱਚੋਂ ਉਹਨਾਂ ਨੂੰ ਬਾਹਰ ਕੱਢ ਦਿੱਤਾ ਹੈ। ਨਗਰ ਵਿੱਚ ਆਰਾਮ ਨਾਲ ਤੁਰੇ ਫਿਰਦੇ ਹਨ ਤੇ ਕਿਸੇ ਦੇ ਘਰ ਭੋਜਨ ਛਕ ਰਹੇ ਹਨ। ਰੋਜ਼ ਇਸ ਰੀਤੀ ਨਾਲ ਚਲੇ ਜਾਂਦੇ ਹਨ ਤੇ ਸਿੱਖਾਂ ਦੇ ਘਰ ਭੋਜਨ ਛਕਦੇ ਹਨ। ਕਿਹੜੀ ਗੱਲ ਤੋਂ ਤੂੰ ਇਸ ਤਰ੍ਹਾਂ ਕੀਤਾ ਹੈ? ਜਾਂ ਧਨ ਰਿਸ਼ਵਤ ਦੇ ਤੌਰ ਤੇ ਲਿਆ ਹੈ? ਜਮਾਦਾਰ ਬਾਦਸ਼ਾਹ ਪਾਸੋਂ ਡਰ ਗਿਆ ਤੇ ਦੋਵੇਂ ਹੱਥ ਜੋੜ ਕੇ ਬੋਲਿਆ, ਮੈਂ ਉਸ ਥਾਂ ਤੋਂ ਆਇਆ ਹਾਂ। ਕੋਠੜੀ ਦੇ ਵਿੱਚ ਉਹਨਾਂ ਨੂੰ ਹੁਣੇ ਛੱਡ ਕੇ ਆਇਆ ਹਾਂ ਤੇ ਕੋਠੜੀ ਦੇ ਦਰਵਾਜ਼ੇ ਬਹੁਤ ਸਖਤੀ ਨਾਲ ਬੰਦ ਕੀਤੇ ਹਨ ਤੇ ਦਰਵਾਜ਼ੇ ਨੂੰ ਤਾਲੇ ਮਾਰ ਰੱਖੇ ਹਨ। ਹਥਿਆਰਬੰਦ ਸਿਪਾਹੀ ਦ੍ਰਿੜ ਹੋ ਕੇ ਪਾਸ ਖੜੇ ਹਨ। ਜੇ ਮੇਰੇ ਕਹੇ ਨੂੰ ਦਿਲ ਵਿੱਚ ਝੂਠ ਮੰਨਦੇ ਹੋ ਤਾਂ ਆਪਣਾ ਮਨੁੱਖ ਭੇਜੋ, ਮੈਂ ਵਿਖਾ ਦਿੰਦਾ ਹਾਂ। ਇਹ ਸੁਣ ਕੇ ਬਾਦਸ਼ਾਹ ਮਨ ਵਿੱਚ ਬਹੁਤ ਹੈਰਾਨ ਹੋਇਆ। ਤੁਰੰਤ ਇੱਕ ਮਨੁੱਖ ਕੋਤਵਾਲੀ ਵੱਲ ਭੇਜਿਆ।
ਉਸ ਮਨੁੱਖ ਨੇ ਦਰਵਾਜ਼ਾ ਖੋਲ੍ਹ ਕੇ ਵੇਖਿਆ ਸਤਿਗੁਰੂ ਜੀ ਉੱਥੇ ਆਨੰਦ ਧਾਰ ਕੇ ਬੈਠੇ ਸਨ। ਵੇਖ ਕੇ ਉਸਨੇ ਬਾਦਸ਼ਾਹ ਦੇ ਪਾਸ ਜਾ ਕੇ ਸੁਣਾਇਆ, ਕੋਠੜੀ ਦੇ ਅੰਦਰ ਮੈਂ ਵੇਖ ਕੇ ਆਇਆ ਹਾਂ। ਫਿਰ ਉਸ ਮਨੁੱਖ ਨੂੰ ਸਿੱਖ ਦੇ ਘਰ ਭੇਜਿਆ। ਉਸਨੇ ਦਰਵਾਜ਼ੇ ਵਿੱਚ ਖੜੇ ਹੋ ਕੇ ਵੇਖਿਆ ਤਾਂ ਗੁਰੂ ਜੀ ਬੈਠੇ ਹੋਏ ਵੇਖੇ। ਇੱਕੋ ਸੂਰਤ ਦੋ ਸਥਾਨਾਂ 'ਤੇ ਵੇਖੀ। ਇਹ ਸੁਣ ਕੇ ਬਾਦਸ਼ਾਹ ਸਹਿਤ ਸਾਰੇ ਬਹੁਤ ਹੈਰਾਨ ਹੋਏ। ਹਿਰਦੇ ਵਿੱਚ ਵਿਚਾਰਦੇ ਸਨ, ਕੁਝ ਸਮਝ ਨਹੀਂ ਆਉਂਦੀ। ਦੋਵਾਂ ਸਥਾਨਾਂ 'ਤੇ ਫਿਰ ਵੇਖਣ ਵਾਸਤੇ ਉਸ ਮਨੁੱਖ ਨੂੰ ਭੇਜਿਆ। ਦੋਵੇਂ ਮੂਰਤੀਆਂ ਦੋਵੇਂ ਥਾਂ ਵੇਖੀਆਂ। ਇੱਕ ਮੂਰਤ ਸਿੱਖ ਦੇ ਘਰ ਤੇ ਇੱਕ ਮੂਰਤ ਕੁਤਵਾਲੀ ਵਿੱਚ ਸੀ। ਕਈ ਕਰਾਮਾਤੀ ਕਹਿ ਰਹੇ ਸਨ ਤੇ ਕਈਆਂ ਨੂੰ ਸ਼ੁਭ ਨਿਸ਼ਚਾ ਹੋ ਗਿਆ ਸੀ। ਔਰੰਗਾ ਮਨ ਵਿੱਚ ਬਹੁਤ ਦੁਖੀ ਹੋਇਆ। ਇਹ ਕਿਹੜੀ ਰੀਤੀ ਕਰਕੇ ਵਿਖਾ ਰਹੇ ਹਨ? ਐਸਾ ਨਾ ਹੋਵੇ ਕਿ ਮੇਰੇ ਨਾਲ ਛਲ-ਵੱਲ ਕਰ ਜਾਣ ਤੇ ਕੈਦਖਾਨੇ ਵਿੱਚੋਂ ਨਿਕਲ ਕੇ ਚਲੇ ਜਾਣ। ਮਸਾਂ ਬਹੁਤ ਯਤਨ ਕਰਕੇ ਫੜਿਆ ਹੈ। ਬਹੁਤ ਸਮਾਂ ਬੀਤਣ ਦੇ ਬਾਅਦ ਹੱਥ ਵਿੱਚ ਆਏ ਹਨ। ਹੁਣ ਮੈਂ ਮਨਾ ਕੇ ਮਨ ਭਾਉਂਦੀ ਗੱਲ ਕਰਾਂਗਾ। ਸ਼ਹਿਰਾਂ ਦੀ ਮੱਤ ਵਿੱਚ ਲਿਆ ਕੇ ਤੁਰਕ ਬਣਾਵਾਂਗਾ। ਇਹ ਜਦ ਕਲਮੇ ਨੂੰ ਪੜ੍ਹ ਲੈਣਗੇ, ਫਿਰ ਜਿਹੜੇ ਹੋਰ ਹਿੰਦੂ ਰਹਿ ਜਾਣਗੇ ਉਹ ਸਾਰੇ ਬਿਨਾਂ ਯਤਨ ਤੋਂ ਤੁਰਕ ਬਣ ਜਾਣਗੇ। ਜਦ ਸਿੱਖਾਂ ਦਾ ਗੁਰੂ ਹੀ ਮੁਸਲਮਾਨ ਹੋ ਗਿਆ ਤਾਂ ਉਹ ਫਿਰ ਕਿਵੇਂ ਰੁਕਣਗੇ? ਇਸ ਕਰਕੇ ਇਹਨਾਂ ਨੂੰ ਤੁਰਕ ਬਣਾਉਣ ਦਾ ਯਤਨ ਕਰੀਏ, ਜਿਵੇਂ ਕਿਵੇਂ ਦੀਨ ਵਿੱਚ ਲੈ ਕੇ ਆਈਏ। ਜਿਹੜਾ ਕੈਦਖਾਨੇ ਦਾ ਜਮਾਦਾਰ ਸੀ ਉਸ ਨੂੰ ਤਾੜਨਾ ਕਰਕੇ ਬਹੁਤ ਡਰਾਇਆ। ਵੇਖਦਾ ਰਹੀਂ ਕਿਸੇ ਤਰ੍ਹਾਂ ਚਲੇ ਨਾ ਜਾਣ, ਜਿਵੇਂ ਹੁਣ ਸਿੱਖਾਂ ਦੇ ਘਰ ਚਲੇ ਗਏ ਹਨ। ਰਾਤ ਦਿਨ ਸਿਪਾਹੀਆਂ ਨੂੰ ਦ੍ਰਿੜ ਕਰਕੇ ਰੱਖੋ। ਸ਼ਸਤਰਾਂ ਸਹਿਤ ਉਹਨਾਂ ਪਾਸ ਖੜੇ ਰਹਿਣ। ਆਪਣੀਆਂ ਅੱਖਾਂ ਅੱਗੇ ਵੇਖਦੇ ਰਹਿਣ। ਉਹਨਾਂ ਸਿਪਾਹੀਆਂ ਨੂੰ ਮੇਰੇ ਵੱਲੋਂ ਡਰ ਪਾਓ। ਜੇ ਕਿਸੇ ਰੀਤੀ ਨਾਲ ਕਿਹਾ ਮੰਨ ਲੈਣ। ਜੇ ਉਹ ਤਾੜਨਾ ਕਰਨ ਤੇ ਤੈਨੂੰ ਕਿਸੇ ਪ੍ਰਕਾਰ ਡਰ ਅਨੁਭਵ ਹੋਵੇ ਤਾਂ ਮੇਰੇ ਪਾਸ ਆ ਕੇ ਕਹੋ, ਸੁਚੇਤ ਰਹੋ, ਉਹਨਾਂ 'ਤੇ ਵਿਸ਼ਵਾਸ ਨਾ ਕਰੋ। ਜੇ ਕਿਸੇ ਤਰ੍ਹਾਂ ਨਿਕਲ ਕੇ ਚਲੇ ਗਏ ਤਾਂ ਤੇਰੇ ਉੱਤੇ ਵੀ ਵੈਸੀ ਤਾੜਨਾ ਹੋਵੇਗੀ ਜਿਵੇਂ ਉਹ ਬਹੁਤ ਦੁੱਖ ਪਾਉਣ। ਐਸੀ ਰੀਤੀ ਕਰੋ ਤਾਂ ਕਿ ਸਿੱਧੇ ਹੋ ਜਾਣ। ਇਸ ਤਰ੍ਹਾਂ ਤਾੜਨਾ ਕਰਕੇ ਦਰੋਗੇ ਨੇ ਸਿਪਾਹੀ ਨੂੰ ਭੇਜਿਆ, ਸਾਵਧਾਨ ਹੋ ਕੇ ਪਾਸ ਖੜੇ ਰਹੋ। ਜੇ ਕੋਈ ਕਰਾਮਾਤ ਕਰਕੇ ਚਲੇ ਗਏ ਤਾਂ ਇਸ ਵਿੱਚ ਮੇਰਾ ਕੋਈ ਦੋਸ਼ ਨਹੀਂ ਹੋਵੇਗਾ। ਇਸ ਵਿਧੀ ਬਗੈਰ ਐਸਾ ਕੌਣ ਹੈ ਜਿਹੜਾ ਚਲਾ ਜਾਵੇ? ਕਿਸੇ ਇਸਤਰੀ ਨੇ ਐਸਾ ਕਿਵੇਂ ਜੰਮਿਆ ਹੈ? ਇਸ ਤਰ੍ਹਾਂ ਵਿਚਾਰ ਕੇ ਤਕੜਾਈ ਕੀਤੀ। ਜੇਲ੍ਹ ਵਿੱਚ ਸੁਖਦਾਈ ਗੁਰੂ ਜੀ ਬੈਠੇ ਹਨ। ਪਿਆਰੀ ਸਾਧ ਸੰਗਤ ਜੀ, ਭਲਾ ਰੱਬ ਨੂੰ ਵੀ ਕੋਈ ਫੜ ਸਕਦਾ ਹੈ? ਪਰ ਸੰਗ ਸੁਣਾਉਂਦੇ ਹੋਏ ਹੋਈਆਂ ਅਨੇਕ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।